सतनाम श्री वाहिगुरु साहिब जीओ। एक ओंकार सतनाम करता पुरख निरभौ निर्वैर। अकाल मूरत अजूनी सैभं गुर प्रसाद जप। आद सच जुगाद सच हैपी सच नानक होसी भी सच। चित चितवों अरदास कहो पर कह पे न सको। सर्व चिंत तुद पास साध संगत हों तको। तेरे हुक्म पवै निशान तो करो साहिब की सेवा। जब गुर देखे शुभ दिष्ट नाम करता मुख मेवा। अगम अलख कारण पुरख जो पुरमावें सो कहो। गुर अमरदास तारण तरण जिव तू रखें तिब रहो। कनहर बूंद बसोरो मावल कुसुम बसंत गणंत न आवे। रव सस किरण उदर सागर को गंग तरंग अंत को पावे। रुदर ध्यान ज्ञान सतगुर के कब जन भल उन्हें जो गावे। भले अमरदास गुण तेरे तेरी उपमा तोहे बन आवे। ज्यों बोलावे हैं त्यों बोले हैं स्वामी। कुदरत कवन हमारी साध संग नानक जस गायो। जो प्रभ की अत प्यारी साध संग नानक जस गायो। जो प्रभ की अत प्यारी। जुगो जुग अटल चवर छतर तख्त दे मालक गरीब निवाज सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी विच आप सब सिख संगत मेरे तो पहला बहुत ही सत्कारयोग प्रधान साहिब भाई दलजीत सिंह जी सेखों उन्हां दे नाल ही जथे समेत सारियां संगतां गुरु साहिब जी की गोद विच जुड़मिल बैठ के वाहिगुरु गुर मंत्र दा जाप आप जी कर रहे सी। भाई साहब भाई गुरदास जी वाहिगुरु गुरु मंत्र दे संबंध विच फरमान करते ने। वाहिगुरु गुर मंत्र है जप हौमै खोई। कहते वाहिगुरु ऐसा गुर मंत्र सतगुरां ने सानू बख्शिश कीता है। जेड़े वाहिगुरु जपदे हन उन्हां दी हौमै दा नास हुंदा है। उचारण करो सतनाम श्री वाहिगुरु।
ਸੋ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਹੁਕਮ ਅਨੁਸਾਰ ਜੋ ਕਿ ਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਦਾ ਸਦਕਾ ਕਈ ਦਿਨਾਂ ਤੋਂ ਲੈ ਕੇ ਰਾਮ ਕਲੀ ਕੀ ਵਾਰ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਮਤ ਸੁਮਤ ਦਾ ਸਦਕਾ ਕਰ ਰਹੇ ਹਾਂ। ਅੱਜ ਵੀ ਆਪਾਂ ਨੇ ਇਸ ਵਾਰ ਦੀ 6ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਜੋ 6ਵੀਂ ਪੌੜੀ ਹੈ ਇਹ ਭਾਈ ਸੱਤਾ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਸਤਤ ਵਿੱਚ ਉਚਾਰਨ ਕਰਦੇ ਨੇ। ਸੋ ਆਓ ਆਪਾਂ ਗੁਰਮਤਿ ਵਿਚਾਰ ਨਾਲ ਸਾਂਝ ਪਾ ਸਕੀਏ। ਉਸ ਤੋਂ ਪਹਿਲੇ ਗੁਰੂ ਚਰਨਾਂ ਵਿੱਚ ਸੀਸ ਨਵਾਓ ਅਤੇ ਸਾਰੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਸੋ ਟਿੱਕਾ ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਵਾਲਾ ਉਹੀ ਗੁਰਿਆਈ ਦਾ ਤਿਲਕ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪ੍ਰਾਪਤ ਹੋਇਆ ਹੈ। ਉਹੀ ਤੇ ਗੁਰਿਆਈ ਦਾ ਟਿੱਕਾ ਲੱਗਿਆ ਹੈ। ਸੋ ਬਹਿਣਾ, ਬਹਿਣਾ ਤੋਂ ਭਾਵ ਹੈ ਤਖਤ, ਉਹੀ ਗੁਰਗੱਦੀ ਰੂਪੀ ਤਖਤ ਹੈ। ਸੋਈ ਦੀਵਾਨ, ਤੇ ਜਿਸ ਦੀਵਾਨ ਵਿੱਚ ਜਿਵੇਂ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ ਸਾਰੇ, ਤੇ ਕਹਿ ਦਿੱਤਾ ਜਾਂਦਾ ਨਾ ਦੀਵਾਨ ਲੱਗਿਆ ਹੋਇਆ, ਕਹਿੰਦੇ ਉਹੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜਾਂ ਦੂਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਦੀਵਾਨ ਲੱਗਦਾ ਸੀ, ਅੱਜ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਵੀ ਉਹੀ ਦੀਵਾਨ ਸਜਿਆ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਉ ਦਾਦੇ ਜੇ ਵੇਹਾ ਪੋਤਾ ਪਰਵਾਨ। ਪਿਉ ਅਤੇ ਦਾਦੇ ਵਰਗਾ ਹੀ ਪੋਤਰਾ ਹੈ। ਪਿਉ ਕੌਣ? ਗੁਰੂ ਅੰਗਦ ਦੇਵ ਜੀ ਮਹਾਰਾਜ। ਤੇ ਦਾਦੇ ਕੌਣ? ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹਨਾਂ ਦੇ ਜਿਹੜੇ ਪੁੱਤਰ ਤੇ ਪੋਤਰੇ ਗੁਰੂ ਅਮਰਦਾਸ ਜੀ ਮਹਾਰਾਜ ਹਨ, ਉਹ ਵੀ ਆਪਣੇ ਪਿਓ ਦਾਦੇ ਵਰਗੇ ਹੀ ਹਨ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ। ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ। ਇਹ ਅਸਲ 'ਚ ਪੁਰਾਣਕ ਗਾਥਾ ਦਾ ਇੱਕ ਦ੍ਰਿਸ਼ਟਾਂਤ ਹੈ। ਇਹਨੂੰ ਦੋ ਤਰੀਕਿਆਂ ਨਾਲ ਵਿਖਿਆਨ ਕਰਦੇ ਨੇ। ਇੱਕ ਤੇ ਇਹ ਅਰਥ ਕਰਦੇ ਨੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਉਹੀ ਨੇ, ਕਿਹੜੇ? ਜਿਨ੍ਹਾਂ ਨੇ ਕਿਸੇ ਵੇਲੇ ਸਤਜੁਗ ਦੇ ਅੰਦਰ ਅਵਤਾਰ ਧਾਰਨ ਕਰਕੇ ਬਾਸ਼ਕ ਨਾਗ ਦਾ ਨੇਤਰਾ ਪਾ ਕੇ ਤੇ ਪਰਬਤ ਦਾ ਮਧਾਣਾ ਬਣਾ ਕੇ ਜਿਨ੍ਹਾਂ ਨੇ ਸਮੁੰਦਰ ਨੂੰ ਰਿੜਕਿਆ ਸੀ। ਇਹਦੇ ਅੰਤਰੀਵ ਅਰਥ ਹੋਰ ਨੇ। ਜਿਨ ਬਾਸਕ ਨੇਤਰੈ ਘੱਤਿਆ ਭਾਵ ਮਨ ਰੂਪੀ ਜਿਹੜਾ ਬਾਸ਼ਕ ਨਾਗ ਹੈ ਨਾ, ਉਹਦਾ ਨੇਤਰਾ ਬਣਾ ਕੇ ਕਰ ਨੇਹੀ ਤਾਣ। ਨੇਹੀ ਪੁਰਾਣੇ ਜਿਹੜੇ ਨੇ ਨਾ ਬਜ਼ੁਰਗ, ਉਹ ਤੇ ਸਮਝਦੇ ਨੇ, ਬੀਬੀਆਂ ਨੂੰ ਪਤਾ ਹੈ। ਜਿਹੜੇ ਨਵੇਂ ਜਵਾਨੇ ਵਾਲੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਨੇਹੀ ਕਿਹਨੂੰ ਆਖਦੇ ਨੇ। ਜਿਹਦੇ ਤੇ ਦੁੱਧ ਰਿੜਕਿਆ ਜਾਂਦਾ ਸੀ ਨਾ, ਉਹਦੇ ਪਿਛਲੇ ਪਾਸੇ ਇੱਕ ਲੱਕੜ ਹੁੰਦੀ ਸੀ, ਉਹਦੇ ਨਾਲ ਜਿਹੜੀ ਅੰਦਰ ਮਧਾਣੀ ਹੁੰਦੀ ਸੀ ਨਾ, ਉਹਨੂੰ ਨੇਹੀ ਨੂੰ ਇੱਕ ਪਾ ਕੇ ਨਾ ਰੱਸੀ ਤੇ ਉਹ ਮਧਾਣੀ ਵਿੱਚ ਪਾਈ ਜਾਂਦੀ ਸੀ, ਤਾਂ ਕਿ ਜਿਹੜੀ ਮਧਾਣੀ ਆ ਉਹ ਇੱਕ ਥਾਂ ਤੇ ਸਥਿਰ ਰਹੇ, ਇੱਧਰ ਉੱਧਰ ਡੋਲੇ ਨਾ। ਰਿੜਕਿਆ ਮਧਾਣੀ ਨਹੀਂ ਜਾਂਦਾ ਸੀ। ਇੱਥੇ ਗੁਰੂ ਸਾਹਿਬ ਜੀ ਉਹੀ ਫਰਮਾਨ ਕਰ ਰਹੇ ਨੇ
ਜਿਨ ਬਾਸਕ ਨੇਤਰੇ ਘੱਤਿਆ ਕਰ ਨੇਹੀ ਤਾਣ। ਭਾਵ ਜਿਨ੍ਹਾਂ ਨੇ ਮਨ ਰੂਪੀ ਬਾਸਕ ਨਾਗ ਦਾ ਨੇਤਰਾ ਪਾਇਆ ਹੈ ਅਤੇ ਸ਼ਕਤੀ ਭਾਵ ਆਪਣੇ ਬਲ ਦੀ ਨਹੀਂ ਬਣਾ ਕੇ ਕਹਿੰਦੇ ਦੁੱਧ ਨੂੰ, ਭਾਵ ਦੁੱਧ ਕਿਹੜਾ? ਸ਼ਬਦ ਰੂਪੀ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਬਿਲੋਵਨਾ ਕਾਹਦਾ ਹੈ? ਹਰੀ ਦੇ ਨਾਮ ਦਾ। ਜਿਵੇਂ ਆਪ ਜੀ ਜਪ ਰਹੇ ਸੀ, ਬਿਲੋਵਨਾ ਕਿਹਨੂੰ ਹੁੰਦਾ? ਸ਼ਬਦ ਨੂੰ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਹਿੰਦੇ ਇਸ ਤਰੀਕੇ ਨਾਲ ਰਿੜਕੋ, ਕਿਤੇ ਨਾ ਹੋਵੇ ਤਤ ਚਲਾ ਜਾਏ। ਪੁਰਾਣੇ ਜ਼ਮਾਨੇ ਵਿੱਚ ਬੀਬੀਆਂ ਨੂੰ ਪਤਾ ਹੈ, ਹਰ ਇੱਕ ਬੀਬੀ ਮੱਖਣ ਨਹੀਂ ਸੀ ਕੱਢ ਸਕਦੀ ਰਿੜਕ ਕੇ। ਜੇ ਉਹਨੂੰ ਸਹੀ ਤਰੀਕਾ ਆਉਂਦਾ ਹੁੰਦਾ ਸੀ ਨਾ ਰਿੜਕਣ ਦਾ, ਫੇਰ ਹੀ ਮੱਖਣ ਨਿਕਲਦਾ ਸੀ। ਅਸਲ ਵਿੱਚ ਦੁੱਧ ਦਾ ਤੱਤ ਕੀ ਹੈ? ਮੱਖਣ, ਘਿਓ। ਤੇ ਜੇ ਭਲਾ ਰਿੜਕਣ ਤੋਂ ਬਾਅਦ ਉਹ ਤੱਤ ਹੀ ਹੱਥ ਨਾ ਲੱਗੇ, ਫਿਰ ਰਿੜਕਣ ਦਾ ਫਾਇਦਾ ਕੀ? ਗੁਰੂ ਸਾਹਿਬ ਜੀ ਕਹਿੰਦੇ ਭਾਈ ਸ਼ਬਦ ਨੂੰ ਮਥੋ, ਪਰ ਮਥ ਕੇ ਇਸ ਤਰੀਕੇ ਨਾਲ ਮਥੋ ਕਿਤੇ ਤੱਤ ਨਾ ਚਲਾ ਜਾਏ। ਤੱਤ ਹੱਥ ਲੱਗਣਾ ਚਾਹੀਦਾ ਹੈ। ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਤੇ ਫਿਰ ਸਾਹਿਬ ਫਰਮਾਨ ਕਰਦੇ ਨੇ, ਤਨ ਕਰ ਮਟਕੀ। ਤਨ ਦੀ ਕਹਿੰਦੇ ਬਣਾ ਲਓ ਮਟਕੀ। ਮਨ ਮਾਹੇ ਬਿਲੋਈ। ਬਿਲੋਈ ਕਹਿੰਦੇ ਨੇ ਮਧਾਣੀ ਨੂੰ। ਮਨ ਦੀ ਬਣਾ ਲਓ ਮਧਾਣੀ। ਇਸ ਮਟਕੀ ਮੈਂ ਸ਼ਬਦ ਸੰਜੋਈ। ਦੁੱਧ ਦੀ ਥਾਂ ਤੇ ਕਹਿੰਦੇ ਸ਼ਬਦ ਨੂੰ ਪਾ ਲਓ, ਫਿਰ ਮਥੋਗੇ ਤੇ ਫਿਰ ਅੰਮ੍ਰਿਤ ਹੱਥ ਲੱਗੇਗਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਅਗਲੀ ਤੁਕ ਵਿੱਚ ਫਰਮਾਨ ਕਰਦੇ ਨੇ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ। ਕਹਿੰਦੇ ਜਿਨ੍ਹਾਂ ਨੇ ਕਿਸੇ ਵੇਲੇ ਸਮੁੰਦਰ ਵਿਰੋਲਿਆ ਸੀ, ਸੁਮੇਰ ਪਰਬਤ ਦਾ ਮਧਾਣਾ ਬਣਾ ਕੇ, ਪਰ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦੱਸਦੇ ਨੇ, ਭਾਈ ਤੁਸੀਂ ਉੱਚੀ ਸੁਰਤ ਰੂਪੀ ਸੁਮੇਰ ਪਰਬਤ, ਭਾਵ ਆਪਣੀ ਸੁਰਤ ਨੂੰ ਉੱਚਿਆਂ ਕਰਨਾ। ਸੁਮੇਰ ਪਰਬਤ ਜਿਵੇਂ ਉੱਚਾ ਹੈ, ਉੱਚੀ ਸੁਰਤ ਦਾ ਮਧਾਣਾ ਬਣਾ ਕੇ ਤੇ ਆਪਣੇ ਅੰਦਰ ਨੂੰ ਵਿਰੋਲਣਾ ਹੈ। ਸਤਿਗੁਰੂ ਜੀ ਬਾਣੀ 'ਚ ਫਰਮਾਨ ਕਰਦੇ ਨੇ ਤਾਂ ਕਿ ਗੱਲ ਖੁੱਲ੍ਹ ਸਕੇ, ਸਮਝ ਆ ਜਾਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਹਿੰਦੇ ਜਿਹੜੇ ਗੁਰਬਾਣੀ ਨਾਲ ਲੱਗ ਜਾਂਦੇ ਨਾ, ਉਹਨਾਂ ਦੇ ਹੱਥੋਂ ਰਤਨ ਲੱਗਦਾ ਹੈ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਕਹਿੰਦੇ ਉਹ ਨਿਰਮੋਲਕ ਰਤਨ ਕਿਹੜਾ ਹੈ? ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਭਗਤੀ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਪਰ ਇਹ ਕਦੋਂ ਪ੍ਰਾਪਤ ਹੋਇਆ? ਜਦੋਂ ਸਮੁੰਦ ਵਿਰੋਲ ਸਰੀਰ ਹਮ ਦੇਖਿਆ। ਕਿਹੜਾ ਸਮੁੰਦਰ? ਆ ਸਰੀਰ ਰੂਪੀ ਸਮੁੰਦਰ। ਜਦੋਂ ਇਹਨੂੰ ਵਿਰੋਲਿਆ, ਵਿਚਾਰ ਕੀਤੀ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਭਾਵ ਸਿੱਖਾ, ਇਹ ਜਿਹੜੀ ਵਸਤੂ ਹੈ ਨਾ ਨਾਮ ਦੀ, ਤੇਰੇ ਹੱਥ ਤਾਂ ਲੱਗੇਗੀ ਜੇ ਤੈਨੂੰ ਇਸ ਗੱਲ ਦੀ ਸੋਝੀ ਆ ਜਾਏ। ਕਿਹੜੀ? ਵੀ ਭਾਵ ਜਿਹੜਾ ਸਾਡਾ ਗੁਰੂ ਹੈ ਨਾ, ਇਹ ਪਰਮੇਸ਼ਰ ਸਰੂਪ ਹੈ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ। ਭਾਵ ਗੁਰੂ ਹੀ ਪਰਮੇਸ਼ਰ ਹੈ ਤੇ ਪਰਮੇਸ਼ਰ ਗੁਰੂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸੱਚਖੰਡ ਵਿੱਚ ਪਹੁੰਚਦੇ ਨੇ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਡੀ ਜਨਮ ਸਾਖੀ ਦੱਸਦੀ ਹੈ, ਇੱਕ ਪਿਆਲਾ ਦਿੱਤਾ ਗਿਆ। ਉਸ ਪਿਆਲੇ ਨੂੰ ਪਕੜ ਲਿਆ ਗੁਰੂ ਸਾਹਿਬ ਜੀ ਨੇ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ, ਨਾਨਕ ਇਹ ਪਿਆਲਾ ਨਾਮ ਦਾ ਹੈ, ਇਹ ਪਿਆਲਾ ਆਪ ਵੀ ਪੀਓ ਤੇ ਸਾਰੇ ਸੰਸਾਰ ਨੂੰ ਪਿਲਾਓ। ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਜਿੱਥੇ ਤੇਰਾ ਵਾਸਾ
ਉੱਥੇ ਮੇਰਾ ਵਾਸਾ। ਜੋ ਤੇਰਾ ਬਚਨ ਉਹੀ ਮੇਰਾ ਬਚਨ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਡੇ ਸਤਿਗੁਰੂ ਜੀ ਪਰਮੇਸ਼ਰ ਸਰੂਪ ਨੇ। ਇਸ ਕਰਕੇ ਦੱਸ ਰਹੇ ਨੇ ਕਿ ਅਸਲ ਵਿੱਚ ਉਹ ਵਸਤੂ ਕੀ ਹੈ, ਉਹ ਤਤ ਨਾਮ ਰੂਪੀ ਵਸਤੂ ਉਹਨਾਂ ਦੇ ਹੱਥ ਲੱਗੇਗੀ ਜਿਹੜੇ ਆਪਣੇ ਗੁਰੂ ਨੂੰ ਪਰਮੇਸ਼ਰ ਜਾਣ ਕੇ ਪੂਜਣਗੇ। ਗੁਰ ਪਰਮੇਸ਼ਰ ਪੂਜੀਐ ਮੰਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ। ਸਤਿਗੁਰੂ ਜੀ ਫਰਮਾਨ ਕਰਦੇ ਨੇ 14 ਰਤਨ ਨਿਕਾਲਿਅਨ ਕੀ ਤੋਨ ਚਾਨਾਣ। ਫਿਰ ਉਹਨਾਂ ਨੇ ਜਿਵੇਂ 14 ਰਤਨ ਕੱਢੇ ਸਨ, ਇੱਥੇ ਦੈਵੀ ਗੁਣਾਂ ਦੇ 14 ਰਤਨ ਨੇ। ਸਤ ਸੰਤੋਖ, ਦਇਆ, ਸਤ ਸੰਗਤ, ਦਾਨ, ਇਸ ਪ੍ਰਕਾਰ ਦੇ 14 ਰਤਨ ਨੇ ਜਿਹੜੇ ਕਿ ਜਦੋਂ ਅੰਦਰ ਦੀ ਵਿਚਾਰ ਕਰਕੇ ਨਾਮ ਜਪਿਆ ਜਾਏ ਨਾ, ਨਾਮ ਜਪਣ ਵਾਲੇ ਨੂੰ ਦੈਵੀ ਫਲ ਲੱਗਦੇ ਨੇ। ਫਲ ਲੱਗਦੇ ਨੇ ਦੈਵੀ। ਉਹ ਦੈਵੀ ਫਲ ਖਤਮ ਨਹੀਂ ਹੁੰਦੇ, ਮੁੱਕਦੇ ਨਹੀਂ। ਜਿਵੇਂ ਇੱਕ ਵ੍ਰਿਕਸ਼ ਹੈ, ਇੱਕ ਦਰਖਤ ਹੈ, ਦਰਖਤ ਨੂੰ ਜਦੋਂ ਤੱਕ ਫਲ ਨਾ ਲੱਗਣ ਉਦੋਂ ਤੱਕ ਆਪਾਂ ਉਹਨੂੰ ਸਫਲ ਨਹੀਂ ਮੰਨ ਸਕਦੇ। ਸਫਲ ਵ੍ਰਿਕਸ਼ ਕਦੋਂ ਕਹਾਂਗੇ? ਜਦੋਂ ਫਲਾਂ ਨਾਲ ਲੱਦਿਆ ਜਾਏਗਾ। ਇਸੇ ਤਰ੍ਹਾਂ ਜਿਹੜਾ ਸਾਡਾ ਜੀਵਨ ਹੈ ਨਾ, ਮਨੁੱਖਾ ਜੀਵਨ, ਇਹ ਵੀ ਦਰਖਤ ਦੀ ਤਰ੍ਹਾਂ ਹੈ। ਇਹ ਜੀਵਨ ਵੀ ਸਫਲ ਉਦੋਂ ਮੰਨਿਆ ਜਾਏਗਾ ਜਦੋਂ ਦੈਵੀ ਗੁਣਾ ਰੂਪੀ ਫਲ ਲੱਗ ਜਾਣਗੇ। ਜਿਸ ਜੀਵਨ ਵਿੱਚ ਦੈਵੀ ਗੁਣ ਸਾਡੇ ਅੰਦਰ ਆਏ ਹੀ ਨਾ, ਫਿਰ ਜੀਵਨ ਸਫਲ ਨਹੀਂ, ਫਿਰ ਜੀਵਨ ਅਸਫਲ ਹੋ ਜਾਏਗਾ। ਤੋ ਸਾਧ ਸੰਗਤ, ਆਪਾਂ ਇੱਥੇ ਸਾਰੇ ਹੀ ਜਨਮ ਲੈ ਕੇ ਸਫਲਤਾ ਨੂੰ ਪ੍ਰਾਪਤ ਕਰਨ ਵਾਸਤੇ ਆਏ ਆਂ। ਵੀ ਪਤਾ ਨਹੀਂ ਕਿੰਨੇ ਵਾਰੀ ਅਸਫਲ ਰਹਿ ਚੁੱਕੇ ਆਂ। ਹੁਣ ਆਹ ਜਿਹੜੀ ਵਾਰੀ ਹੈ ਨਾ, ਤਾਂ ਹੀ ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋ। ਮਹਾਰਾਜ ਮੈਨੂੰ ਆਸ ਹੈ ਕਿ ਇਸ ਵਾਰ ਤੇ ਤੁਸੀਂ ਮੈਨੂੰ ਸਫਲ ਕਰ ਹੀ ਦਿਓਗੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਤੋ ਸਾਧ ਸੰਗਤ, ਇੱਥੇ ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਜਿਵੇਂ ਉਹ ਰਤਨ ਨਿਕਲੇ ਸਨ, ਉਹਨਾਂ ਵਿੱਚ ਇੱਕ ਘੋੜਾ ਵੀ ਸੀ। ਪਰ ਇੱਥੇ ਕਹਿੰਦੇ ਘੋੜਾ ਕਿ ਕਾਹਦਾ ਬਣਾਉਣਾ ਹੈ? ਸਹਿਜ ਦਾ। ਸਹਿਜ ਅਵਸਥਾ ਜਿਹਨੂੰ ਟਿਕਾਓ ਕਹਿੰਦੇ ਨੇ। ਆਪਾਂ ਆਖਦੇ ਹਾਂ ਵੀ ਇਹ ਬੰਦਾ ਬੜਾ ਠਹਿਰਿਆ ਹੋਇਆ ਹੈ, ਇਹ ਬੜਾ ਟਿਕਿਆ ਹੋਇਆ ਹੈ। ਜਿੰਨਾ ਹੀ ਕੋਈ ਬੰਦਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਓਨਾ ਹੀ ਉਹਦੇ ਅੰਦਰ ਟਿਕਾਓ ਆ ਜਾਂਦਾ ਹੈ। ਜਿੰਨਾ ਟਿਕਾਓ ਆਏਗਾ ਓਨਾ ਹੀ ਜੀਵਨ ਵਿੱਚ ਰਸ ਹੋਏਗਾ। ਜਿਹੜਾ ਰਸ ਹੋਏਗਾ, ਜੇ ਆਪਦੇ ਜੀਵਨ 'ਚ ਰਸ ਹੈ ਤੇ ਦੂਜਿਆਂ ਤੱਕ ਵੀ ਪਹੁੰਚ ਜਾਏਗਾ। ਜੇ ਆਪਦਾ ਜੀਵਨ ਹੀ ਫਿੱਕਾ ਹੈ, ਫਿਰ ਉਹ ਜੀਵਨ ਵਾਲਾ ਬੰਦਾ ਦੂਜਿਆਂ ਨੂੰ ਰਸ ਨਹੀਂ ਦੇ ਸਕਦਾ। ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਘੋੜਾ ਕੀਤੋ ਸਹਿਜ ਦਾ। ਸਹਿਜ ਦਾ ਘੋੜਾ, ਤੇ ਘੋੜੇ ਦੇ ਉੱਤੇ ਕਾਠੀ ਪਾਉਣੀ ਪੈਂਦੀ ਹੈ। ਉਹਨੂੰ ਜੀਨ ਵੀ ਆਖਦੇ ਨੇ, ਉਹਨੂੰ ਪਲਾਣਾ ਵੀ ਆਖਦੇ ਨੇ। ਇੱਥੇ ਸਾਹਿਬਾਂ ਨੇ ਪਲਾਣ ਆਖਿਆ। ਪਲਾਣ ਕਹਿੰਦੇ ਨੇ ਜਿਹੜੀ ਉੱਤੇ ਜੀਨ ਪਾਈ ਜਾਂਦੀ ਹੈ, ਕਾਠੀ ਪਾਈ ਜਾਂਦੀ ਹੈ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਜੇ ਪਲਾਣਾ ਪਾਇਆ ਹੋਵੇ ਤੇ ਫਿਰ ਚੰਗੀ ਤਰ੍ਹਾਂ ਸਵਾਰੀ ਹੋ ਜਾਂਦੀ ਹੈ। ਅਸਲ ਵਿੱਚ ਸਵਾਰੀ ਕਿਹੜੇ ਘੋੜੇ ਤੇ ਕਰਨੀ ਹੈ? ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਆਪਣੇ ਮਨ ਨੂੰ ਕਹਿੰਦੇ ਨੇ, ਕਹਿੰਦੇ ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਹਿੱਚੈ ਹੈ ਤਾਂ ਪ੍ਰੇਮ ਕੇ ਚਾਬਕ ਮਾਰੋ। ਕਹਿੰਦੇ ਚੱਲ ਤੈਨੂੰ ਬੈਕੁੰਠ ਦੀ ਸੈਰ ਕਰਾ ਕੇ ਲੈ ਕੇ ਆਵਾਂ। ਜੇ ਕਹਿੰਦੇ
हिचकिचाहट करेगा ना, रुकेगा, फिर कहते प्रेम का चाबक भी मारांगा। प्रेम का चाबक किहड़ा प्रेम? रब्बी प्रेम, जिन्हों गुरु गोबिंद सिंह जी महाराज कहते साच कहो सुन ले हो सब जिन प्रेम कियो तिन ही प्रभ पायो। ये प्रेम है ना जिहड़ा, ये प्रेम मन नूं मोड़दा है किधरों? विकारां वाले पासियों। जदों मन विकारां वाले पासे जांदा है ना, उदों फिर जे इहनूं वास्ता पाईए भी असी गुरु दे सिख हाँ। जदों कोई ये गल कह देवे ना, भाई जोगा सिंह जान लग्या सी ना, डिगण लग्या सी, कलगीधर पातशाह गए सिख का रूप धारण करके, पर वो जबरदस्ती उन्होंने पासे करके फिर जान लग्या। दूजी यार आया भी चल हो सकता है जिहड़ा सिख खड़ा सी वो पासे हो गया होए, फिर आया गुरु साहब जी फिर खड़े ने। तीजी बार गया तो फिर गुरु साहब जी ने आ गल याद कराई, और तू वेखण नूं तां गुरु दा सिख लगदा है, इस वेले ते तेरा नितनेम दा टाइम है, ते तू आ किहड़े पासे तुरिया फिरदा है? जदों एकदम जिवें आपां किसे सुत्ते पै नूं झंझोड़ के जगा दिंदे आ ना, वो जिहड़ी सुरत मन सुत्ता सी ना, गुरु साहबां ने वचन कह के भाव गुरु ते सिख दा जिहड़ा प्रेम है वो याद कराया, उहनूं याद कराया तो एकदम जाग आ गई। उन्होंने लग्या कि मैं किधर तुरिया फिरदा है। फिर एकदम अपनी मंजिल ते गुरु साहिबां दे रास्ते ते फिर चल पिया। तो साध संगत जिहड़ा गुरु दा प्रेम है वो सानू याद कित्थों आउंदा है? साडे आ जिहड़े बाणा है ना, बाणा गुरु साहब जी ने बख्शिया कड़ा, इनू वेख के गुरु साहब जी ने बख्शिया दाड़ा, केस, दस्तार, किरपान, कशहरा, इन्हां ककारां नूं देख के सानू याद आउंदा है कि साडा गुरु नाल रिश्ता है। वो रिश्ता इस लोक दा नहीं, सदैवी है, सदैवी। गुरु ते सिख दा जो रिश्ता है वो सदैवी है। जिहड़े दुनियावी रिश्ते हुंदे ने वो तो केवल शरीर तक ही ने, पर गुरु ते हर दरगाह का बसीठ, वो तो दरगाह का भी बसीठ है साडा। दरगाह विच बांह नहीं फड़नी है, होर किने फड़नी है? साध संगत इसलिए जिहड़े गुरु ने सानू ककार दिते ने, ये ककार किसे ने कहंदे पुछया भी जिहड़े आ 5 ककार ने इन्हां दा की मतलब है? प्रोफैसर पूरन सिंह जी कहंदे कि उस बंदे नूं आ जवाब है कि जे भला एक बीबी लड़की नौजवान उहदे कहंदे सूहे रंग दे कपड़े पाए होण, हत्थ च उहदे होवे चूड़ा, उहदे मांग विच संधूर भरिया होया होवे, ते जेड़ा कहंदे उस बीबी नूं पुछे कि बीबी आ जिहड़ा संधूर भरिया जां सूहे कपड़े पाए ने जां चूड़ा पाया, इहदा की मतलब है? कहंदे उहनूं की आख्या जाएगा? उहनूं आख्या जाएगा मूर्ख। वो सारियां चीज़ां वेख के बंदे नूं पता लग जाता है भी ये पतिव्रता है। ते प्रोफैसर पूरन सिंह जी कहंदे कि जिहड़ा बंदा ककारां नूं वेख के नहीं ना समझ रहा वो भी मूर्ख है। ककारां नूं वेख के ते समझ लेना चाहिए कि असी गुरु दे लड़ लगे हुए हैं। जिवें बीबी अपने पति दे लड़ लग जाती है ना, आपां गुरु दे लड़ लगते हैं। हब्बे साख कुड़ावे डिठे तो पल्ले तैंडे लगी। ये गुरु साहब जी ने अर्थ जिहड़े कीते ने ना, ये लड़की दे विआह वास्ते नहीं, ये अर्थ साडे वास्ते कीते ने कि जीव रूप इस्तरी उदों अपने मालक दे लड़ लगदी है
ਜਦੋਂ ਉਹਨੂੰ ਦੁਨੀਆ ਦੇ ਸਾਕ ਸਾਰੇ ਹੀ ਕੂੜੇ ਤੇ ਝੂਠੇ ਦਿਖਾਈ ਦੇ ਜਾਣ, ਜਦੋਂ ਉਹਨੂੰ ਲੱਗਣ ਨਾ ਵੀ ਦੁਨੀਆ ਦੇ ਰਿਸ਼ਤੇ ਸਾਰੇ ਝੂਠੇ ਹੈ, ਬੰਦਾ ਰੱਬ ਵਾਲੇ ਪਾਸੇ ਉਦੋਂ ਜਾਂਦਾ ਹੈ। ਤੇ ਇਹ ਜਦੋਂ ਤੱਕ ਕੋਈ ਠੋਕਰ ਨਾ ਵੱਜੇ ਉਦੋਂ ਤੱਕ ਇਹ ਸਾਕ ਕੂੜੇ ਦਿਖਾਈ ਨਹੀਂ ਦਿੰਦੇ, ਉਦੋਂ ਤੱਕ ਬੜੇ ਮਿੱਠੇ ਲੱਗਦੇ ਹੈ, ਬੜੇ ਸੱਚੇ ਲੱਗਦੇ ਹੈ। ਸਾਧ ਸੰਗਤ, ਗੁਰੂ ਕਿਰਪਾ ਕਰੇ ਆਪਾਂ ਵਿਚਾਰ ਨਾਲ ਜੁੜੀਏ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਸਤੋਂ ਖੇਤ ਜਮਾਇਓ ਸਤੋਂ ਸ਼ਾਵਾਨ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਨ, ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ। ਧਨਖ ਚੜਾਇਓ ਸਤ ਦਾ। ਮੈਂ ਬਰੀਫ ਵਿੱਚ ਆਪ ਜੀ ਨੂੰ ਧਨੁਖ ਦੀ ਗੱਲ ਕੀਤੀ ਹੈ। ਕਹਿੰਦੇ ਹੱਥ ਵਿੱਚ ਧਨੁਖ ਲੈ ਲਿਆ, ਕਾਹਦਾ? ਸਤ ਦਾ, ਸੱਚ ਬੋਲਣ ਦਾ। ਜਸ ਹੰਦਾ ਬਾਣ, ਤੇ ਜਸ ਰੂਪੀ ਬਾਣ ਫਿਰ ਤੀਰ ਨਿਸ਼ਾਨੇ ਤੇ ਲੱਗੇਗਾ। ਸਤ ਰੂਪੀ ਧਨੁਸ਼ ਤੇ ਸਤ ਰੂਪੀ ਬਾਣ। ਧਨੁਸ਼ ਤੇ ਬਾਣ ਦੀ ਗੱਲ ਆ ਗਈ ਭੰਗਾਣੀ ਦੇ ਜੰਗ ਵਿੱਚ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਅਸੀਂ ਦੇਖਿਆ ਨਾ ਵੀ ਸੰਗਰਾਮ ਸ਼ਾਹ ਜੀ ਜੂਝ ਗਏ ਨੇ, ਲਖੇ ਸ਼ਾਹ ਸੰਗਰਾਮ ਜੁਝੇ ਜੁਝਾਰੰ, ਤਵੰ ਬਾਣ ਕਮਾਣੰ, ਤਵੰ ਕੀਟ ਬਾਣੰ ਕਮਾਣੰ ਸਵਾਰੰ। ਕੀਟ ਲਫ਼ਜ਼ ਵਰਤਿਆ ਕਿਹਦੇ ਵਾਸਤੇ? ਕਲਗੀਧਰ ਪਾਤਸ਼ਾਹ ਜੀ ਨੇ ਆਪ ਦੇ ਵਾਸਤੇ। ਇਹ ਬਚਿੱਤਰ ਨਾਟਕ ਦੀ ਬਾਣੀ ਹੈ। ਤਵੰ ਕੀਟ ਬਾਣੰ ਕਮਾਣੰ ਸੰਭਾਰੰ। ਬਾਣ ਤੇ ਕਮਾਨ ਨੂੰ ਸੰਭਾਲਿਆ। ਇੱਕ ਤੇ ਹੁੰਦਾ ਜਿਹੜਾ ਆਪਦੇ ਹੱਥ ਵਿੱਚ ਫੜਿਆ ਬਾਣ ਤੇ ਕਮਾਨ, ਉਹ ਸੰਭਾਲ ਲਿਆ। ਇੱਕ ਆਪਾਂ ਕਹਿੰਦੇ ਆ ਵੀ ਸਾਰੀ ਫੌਜ ਦੀ ਕਮਾਨ ਸੰਭਾਲ ਲਈ। ਪਹਿਲਾਂ ਜਿਹੜੇ ਸੰਗੋ ਸ਼ਾਹ ਜੀ ਸਨ ਭੰਗਾਣੀ ਦੇ ਯੁੱਧ ਵਿੱਚ, ਜਿਹੜੇ ਚੀਫ ਆਫ ਦੀ ਆਰਮੀ ਕਮਾਂਡ, ਉਹ ਸੰਗੋ ਸ਼ਾਹ ਜੀ ਸਨ। ਲੇਕਿਨ ਜਦੋਂ ਕਹਿੰਦੇ ਅਸੀਂ ਵੇਖਿਆ ਵੀ ਸੰਗੋ ਸ਼ਾਹ, ਗੁਰੂ ਸਾਹਿਬ ਜੀ ਉਹਨੂੰ ਸੰਗਰਾਮ ਸ਼ਾਹ ਲਿਖਦੇ ਨੇ, ਵੀ ਸਾਰੇ ਸੰਗਰਾਮ ਦਾ ਯੁੱਧ ਦਾ ਸ਼ਾਹ ਜਦੋਂ ਜੂਝ ਗਏ, ਉਸ ਵੇਲੇ ਕਹਿੰਦੇ ਅਸੀਂ ਆਪਦੇ ਹੱਥ 'ਚ ਲੈ ਲਈ ਕਮਾਨ। ਫਿਰ ਕਹਿੰਦੇ ਵੀ ਹਰੀ ਚੰਦ ਜਿਹੜਾ ਸੀ ਨਾ, ਕਰੰਗ ਲੈ ਕਮਾਣੰ ਹਨਿਓ ਬਾਣ ਤਾਣੰ। ਕਹਿੰਦੇ ਹਰੀ ਚੰਦ ਰਾਜਾ ਹਠੂਰੀਆ, ਉਹ ਕਹਿੰਦੇ ਆਪਣੇ ਆਪ ਨੂੰ ਬੜਾ ਵੱਡਾ ਤੀਰ ਅੰਦਾਜ਼ ਮੰਨਦਾ ਸੀ। ਤੇ ਉਹਦੇ ਇੱਥੇ ਛਾਤੀ ਵਿੱਚ ਇੱਕ ਵਰਸ਼ਾ ਮਾਰਿਆ ਸੀ ਜੀਤਮੱਲ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਭੂਆ ਦੇ 5 ਪੁੱਤਰ ਸਨ ਇਸ ਜੰਗ ਦੇ ਵਿੱਚ। ਸੰਗੋ ਸ਼ਾਹ, ਜੀਤਮੱਲ, ਗੁਲਾਬ ਰਾਏ, ਮਾਰੀ ਚੰਦ ਤੇ ਗੰਗਾ ਰਾਮ, ਇਹ 5 ਪੁੱਤਰ ਨਾਲ ਸਨ ਗੁਰੂ ਸਾਹਿਬਾਂ ਦੇ। ਜੀਤਮੱਲ ਨੇ ਉਹਦੇ ਵਰਸ਼ਾ ਮਾਰਿਆ ਤੇ ਉਹਦੇ ਕਰਕੇ ਉਹਨੂੰ ਥੋੜੀ ਬੇਹੋਸ਼ੀ ਆ ਗਈ। ਤੇ ਜਦੋਂ ਉਹਦੀ ਹੋਸ਼ ਖੁੱਲੀ ਫਿਰ ਉਹਨੇ ਕਹਿੰਦੇ ਚੱਕ ਲਿਆ ਧਨੁਸ਼, ਤੇ ਉਹ ਕਹਿੰਦੇ ਆ ਗਿਆ ਸਾਡੇ ਸਾਹਮਣੇ ਆ ਕੇ ਸਾਨੂੰ ਲਲਕਾਰਨ ਲੱਗ ਗਿਆ। ਕਹਿੰਦਾ ਵੀ ਹੁਣ ਤਾਂ ਯੁੱਧ ਦਾ ਇੱਕ ਪਾਸਾ ਹੋ ਜਾਏਗਾ। ਫਿਰ ਕਹਿੰਦੇ ਅਸੀਂ ਆਖਿਆ ਭਾਈ ਐਂ ਕਰ, ਤੂੰ ਹੁਣ ਤੀਰ ਮਾਰ। ਫਿਰ ਉੱਥੇ ਲਿਖਦੇ ਨੇ, ਕਹਿੰਦੇ ਹਰੀ ਚੰਦ ਨੇ ਨਾ ਗੁੱਸੇ 'ਚ ਆ ਕੇ, ਹਰੀ ਚੰਦ ਕੋਪੇ ਕਮਾਣੰ ਸੰਭਾਰੰ। ਕੋਪੇ ਮੈਨੇ ਗੁੱਸੇ 'ਚ ਆ ਕੇ, ਹਰੀ ਚੰਦ ਕੋਪੇ ਕਮਾਣੰ ਸੰਭਾਰੰ, ਪ੍ਰਥਮ ਬਾਣ ਤਾਣੰ ਬਾਜੀਅੰ ਪ੍ਰਹਾਰੰ। ਪਹਿਲਾ ਜਿਹੜਾ ਬਾਣ ਦਾ ਪ੍ਰਹਾਰ ਕੀਤਾ ਉਹ ਸਾਡੇ ਘੋੜੇ ਵਿੱਚ ਲੱਗਿਆ। ਬਾਜੀਅੰ ਘੋੜੇ ਨੂੰ ਕਹਿੰਦੇ ਨੇ। ਦੁਤੀਆ ਤਾਕ ਕਹਿ ਤੀਰ ਮੋਕੋ ਚਲਾਇਓ, ਰੱਖਿਓ ਦਾਇਬ ਮੈਂ ਕਾਨ ਸ਼ਵੈ ਕੈ ਸਿਧਾਇਓ। ਕਹਿੰਦੇ ਦੂਜਾ ਤੀਰ ਸਾਡੇ ਵੱਲ ਨੂੰ ਤੱਕ ਕੇ ਮਾਰਿਆ, ਸਾਡੇ ਕੰਨ ਨੂੰ ਛੂਹ ਕੇ ਲੰਘ ਗਿਆ। ਰੱਖਿਓ ਦਾਇਬ। ਗੁਰੂ ਸਾਹਿਬ ਨੇ ਆਏ ਨਹੀਂ ਆਖਿਆ ਵੀ ਮੈਂ ਆਪਦੀ ਯੁੱਧ ਕਲਾ ਕਰਕੇ ਜਾਂ ਚਲਾਕੀ ਨਾਲ ਮੈਂ ਬਚ ਗਿਆ। ਦਾਇਬ ਕਹਿੰਦੇ ਨੇ ਪ੍ਰਮਾਤਮਾ ਨੂੰ। ਕਹਿੰਦੇ ਮੈਨੂੰ ਪ੍ਰਮਾਤਮਾ ਨੇ ਰੱਖ ਲਿਆ, ਉਹ ਤੀਰ ਕੰਨ ਨੂੰ ਛੂਹ ਕੇ ਲੰਘ ਗਿਆ। ਤ੍ਰਿਤੀਏ ਤੀਰ ਮਾਰਿਓ ਸੋ ਪੇਟੀ ਮਝਾਰੰ, ਵਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ। ਕਹਿੰਦੇ ਜਦੋਂ ਸਾਡੀ ਪੇਟੀ 'ਚ ਮਾਰਿਆ ਨਾ ਸਿੱਧਾ, ਜਿਹੜੀ ਦੁਆਲ ਪਾਈ ਹੁੰਦੀ ਹੈ ਨਾ ਉੱਤੇ ਸੰਜੋ, ਉਹਨੂੰ ਪਾਰ ਕਰਕੇ ਅੱਗੇ ਲੰਘ ਗਿਆ।
ਚੁਬੀ ਚਿੰਚ ਚਰਮੰ ਕਛੂ ਘਾਓ ਨ ਆਯੰ ਕਲੰ ਕੇਵਲੰ ਜਾਨ ਦਾਸੰ ਬਚਾਯੰ। ਕਹਿੰਦੇ ਥੋੜੀ ਜੀ ਚੁੰਝ ਚੁਬੀ ਉਹਦੀ ਤੀਰ ਦੀ, ਬਹੁਤਾ ਵੱਡਾ ਕੋਈ ਘਾਓ ਨਹੀਂ ਆਇਆ, ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੇ ਦਾਸ ਦੀ ਜਾਨ ਬਚਾ ਲਈ। ਫਿਰ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰ ਲੈ ਕਮਾਣੰ ਹਨਿਓ ਬਾਣ ਤਾਣੰ। ਕਹਿੰਦੇ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਕਹਿੰਦੇ ਜਦੋਂ ਅਸੀਂ ਫਿਰ ਉਹਨੇ 3 ਵਾਰ ਕਰ ਲੈਣਾ, ਫਿਰ ਕਹਿੰਦੇ ਅਸੀਂ ਚੱਕਿਆ ਧਨੁਸ਼ ਤੇ ਇੱਕੋ ਹੀ ਬਾਣ ਲੈ ਕੇ, ਤੇ ਜਦੋਂ ਮਾਰਿਆ ਤੇ ਹਰੀ ਚੰਦ ਸੀ ਜਿਹੜਾ ਉਹ ਧਰਤੀ ਤੇ ਡਿੱਗ ਪਿਆ। ਹਰੀ ਚੰਦ ਮਾਰੇ ਸੋ ਜੋਧਾ ਲਤਾੜੇ। ਫਿਰ ਕਹਿੰਦੇ ਬੜੇ ਯੋਧਿਆਂ ਨੂੰ ਲਤਾੜਿਆ। ਸੋ ਕਰੋੜ ਰਾਇੰ ਵਹਿ ਕਾਲ ਘਾਇੰ। ਫਿਰ ਕਰੋੜ ਰਾਏ, ਕਰੋੜ ਸਿੰਘੀਆ ਰਾਜਾ ਸੀ ਜਿਹੜਾ, ਉਹਨੂੰ ਵੀ ਕਹਿੰਦੇ ਪਾਰ ਕਰ ਦਿੱਤਾ। ਸੋ ਕਰੋੜ ਰਾਇੰ ਵਹਿ ਕਾਲ ਘਾਇੰ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਰਣੰ ਜੀਤ ਆਏ ਜਯੰ ਗੀਤ ਗਾਏ। ਸੋ ਭੰਗਾਣੀ ਦੇ ਜੰਗ ਦਾ ਥੋੜਾ ਜਿਹਾ ਮੈਂ ਜ਼ਿਕਰ ਕੀਤਾ ਕਿ ਧਨੁੱਖ ਤੇ ਬਾਣ ਦਾ ਜ਼ਿਕਰ ਆ ਗਿਆ ਵੀ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਬਾਣ ਸੀ ਉਹਦੇ ਅੰਦਰ ਇੰਨੀ ਤਾਕਤ ਸੀ। ਸੋ ਆਓ ਆਪਾਂ ਵਿਚਾਰ ਨਾਲ ਜੁੜੀਏ। ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ। ਕਲ ਵਿੱਚ ਜਿਹੜਾ ਘੁੱਪ ਹਨੇਰਾ ਸੀ ਨਾ, ਕਹਿੰਦੇ ਗੁਰੂ ਸਾਹਿਬ ਜੀ ਦੇ ਆਉਣ ਨਾਲ ਰਹਿ ਭਾਣ, ਭਾਣ ਮੈਨੇ ਹੁੰਦਾ ਸੂਰਜ, ਰਹਿ ਮੈਨੇ ਹੁੰਦੀਆਂ ਕਿਰਨਾਂ। ਕਹਿੰਦੇ ਉਹ ਕਿਰਨਾਂ ਪ੍ਰਕਾਸ਼ ਕਰਨ ਵਾਲਾ ਸੂਰਜ ਚੜ ਗਿਆ। ਸੱਤੋ ਖੇਤ ਜਮਾਇਓ ਸੱਤੋਂ ਸ਼ਾਵਾਨ। ਗੁਰੂ ਸਾਹਿਬਾਂ ਨੇ ਆ ਕੇ ਖੇਤੀ ਬਖਸ਼ਿਸ਼ ਕੀਤੀ, 7 ਦਾ ਹੀ ਖੇਤ ਜਮਾਇਆ ਤੇ 7 ਦੀ ਕਹਿੰਦੇ ਛਾਂ ਕੀਤੀ। ਸੱਤੋਂ ਖੇਤ ਜਮਾਇਓ ਸੱਤੋਂ ਸ਼ਾਵਾਨ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਹਰ ਰੋਜ਼ ਤੁਹਾਡੇ ਲੰਗਰ ਵਿੱਚ ਘਿਓ ਤੇ ਮੈਦਾ ਪੱਕਦਾ ਸੀ। ਗੁਰੂ ਅਮਰਦਾਸ ਜੀ ਮਹਾਰਾਜ ਦਾ ਜਿਹੜਾ ਲੰਗਰ ਸੀ ਨਾ, ਬੜੇ ਪਦਾਰਥ ਹੁੰਦੇ ਸਨ, ਤੇ ਗੁਰੂ ਸਾਹਿਬ ਜੀ ਦਾ ਹੁਕਮ ਹੁੰਦਾ ਸੀ ਵੀ ਜਿੰਨੀ ਮਾਇਆ ਆਵੇ ਇਹ ਰੋਜ਼ ਖਰਚ ਕਰ ਦੇਣੀ ਹੈ, ਤੇ ਜਿੰਨਾ ਲੰਗਰ ਵਿੱਚ ਕੋਈ ਰਸਤ ਪ੍ਰਸ਼ਾਦਾ ਪਾਣੀ ਜੋ ਆਵੇ ਉਹ ਸਾਰੇ ਦਾ ਸਾਰਾ ਰੋਜ਼ ਵਰਤਾ ਦੇਣਾ ਹੈ, ਭਾਂਡੇ ਮੂਧੇ ਮਾਰ ਦੇਣੇ ਨੇ। ਤੇ ਕਈ ਵਾਰ ਬੇਨਤੀ ਕੀਤੀ ਸਿੱਖਾਂ ਨੇ, ਸੱਚੇ ਪਾਤਸ਼ਾਹ ਕੁਛ ਰੱਖ ਲਿਆ ਕਰੀਏ, ਕੱਲ ਨੂੰ ਕੰਮ ਆ ਜਾਏਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਜਿਨ੍ਹਾਂ ਨੇ ਅੱਜ ਭੇਜਿਆ ਉਹ ਕੱਲ ਨੂੰ ਫੇਰ ਭੇਜਣਗੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਐਸਾ ਕਰਕੇ ਸਾਨੂੰ ਰੱਬ ਤੇ ਭਰੋਸਾ, ਵਿਸ਼ਵਾਸ ਜਾਂ ਉਹਦੇ ਆਸਰੇ ਜੀਵਨ ਜਿਉਣ ਦਾ ਉਪਦੇਸ਼ ਦੇ ਰਹੇ ਸਨ ਕਿ ਅਸੀਂ ਆਪਣੇ ਜੀਵਨ ਵਿੱਚ ਵੀ ਉਹਦੇ ਤੇ ਭਰੋਸਾ ਰੱਖ ਕੇ ਜੀਵੀਏ, ਤੇ ਉਹ ਕਿਸੇ ਗੱਲ ਦੀ ਕਮੀ ਨਹੀਂ ਛੱਡਦਾ। ਸੱਤੋਂ ਖੇਤ ਜਮਾਇਓ ਸੱਤੋਂ ਸ਼ਾਵਾਨ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਚਾਰੇ ਕੁੰਡਾਂ ਸੁਝਿਓ ਸਮਨ ਮੈਂ ਸ਼ਬਦ ਪ੍ਰਵਾਨ। ਚਾਰੇ ਕੁੰਡਾਂ ਸੁਝਿਓ, ਚਾਰੇ ਕੁੰਡਾਂ ਦੀ ਕਹਿੰਦੇ ਸੋਝੀ ਆ ਜਾਂਦੀ ਹੈ ਜਿਹੜਾ ਮਨ ਵਿੱਚ ਗੁਰੂ ਦੇ ਸ਼ਬਦ ਨੂੰ ਪ੍ਰਵਾਨ ਕਰਕੇ ਗੁਰੂ ਦੇ ਸ਼ਬਦ ਦੇ ਅੱਗੇ ਝੁਕ ਜਾਏ, ਆਪਣੇ ਹਿਰਦੇ 'ਚ ਵਸਾ ਲਏ ਨਾ, ਉਹਨਾਂ ਨੂੰ ਚਾਰੇ ਕੁੰਡਾਂ ਦੀ ਸੋਝੀ ਆ ਜਾਂਦੀ ਹੈ। ਇੱਕ ਸਾਖੀ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ ਭਾਈ ਸਾਹਿਬ ਜੀ 2 ਮਿੰਟ, ਕਿ 6ਵੇਂ ਪਾਤਸ਼ਾਹ ਜੀ ਮਹਾਰਾਜ ਦੀ ਜੰਗ ਤੋਂ ਬਾਅਦ, ਇਹ ਮਾਲਵੇ ਦੇ ਇਲਾਕੇ 'ਚ ਹੈ ਪਿੰਡ, ਤੇ ਪੰਜਾਬ ਦਾ ਸਾਰਿਆਂ ਨਾਲੋਂ ਵੱਡਾ ਪਿੰਡ ਹੈ। ਮਹਾਰਾਜ ਬਠਿੰਡੇ ਦੇ ਨੇੜੇ ਹੈ, ਗੁਰੂ ਸਰ ਮਹਾਰਾਜ ਕਹਿੰਦੇ ਨੇ ਉਹਨੂੰ। ਉਹਦੇ ਨੇੜੇ ਪਿੰਡ ਪੈਂਦਾ ਨਥਾਣਾ। ਗੁਰੂ ਸਾਹਿਬ ਜੀ ਜੰਗ ਸਮਾਪਤ ਕਰਕੇ ਤੇ ਨਥਾਣੇ ਆਏ। ਨਥਾਣੇ ਦੇ ਵਿੱਚ ਇੱਕ ਸਿੱਧ ਸੀ, ਉਹਦਾ ਨਾਮ ਸੀ ਕਾਲੂ ਨਾਥ। ਗੁਰੂ ਸਾਹਿਬ ਜੀ ਸਮਰੱਥ ਸਨ, ਉਹਨਾਂ ਨੂੰ ਪਤਾ ਸੀ ਕੋਈ ਉਹਦੀ ਪੁਕਾਰ ਹੋਏਗੀ ਰੱਬ ਦੇ ਅੱਗੇ। ਤੇ 6ਵੇਂ ਪਾਤਸ਼ਾਹ ਜੀ ਨੇ ਨਾ ਇੱਕ ਸਿੱਖ ਨੂੰ ਭੇਜਿਆ ਘੋੜੇ ਤੇ ਵੀ, ਜਾ ਜਿਹੜਾ ਉਹ ਸਿੱਧ ਹੈ ਨਾ ਕਾਲੂ ਨਾਥ, ਉਹਨੂੰ ਜਾ ਕੇ ਦੱਸ ਸਾਡੇ ਬਾਰੇ ਵੀ ਅਸੀਂ ਆ ਰਹੇ ਹਾਂ, ਵੀ ਤੇਰੇ ਕੋਲ ਆ ਰਹੇ ਹਾਂ ਅਸੀਂ।
सिख ने जाके पहला मन च फुरना बना लिया भी सुनिया है भी ये बड़ा वड्डा अंतरजामी है, तो जंग विचों जा रहे सी, भुख लगी होनी है। मन च ख्याल बना लिया भी जे जानते ने ना मन की गल, फिर मैनू गर्म दुध छकाउण। तो जदों सिख गया, जदों जाके बैठा तो उन्हें अपने चेले नूं सेवक नूं किहा, ला भाई दुध गर्म करके लैके आ। सिख समझ गया भी ये पास अंतरजामता तो है, तो इन्ने नूं आ गए गुरु साहब ने आके ना, जिहड़ा उहदा चेला सी ना, छोटी उम्र ही सी उहदी, वो गुरु साहब जी दे नेड़े आया, तो गुरु साहिबां ने उहदे सिर ते हत्थ रखिया, वो तरकालदर्शी हो गया। तो वो जिहड़ा कालू नाथ सी ना सिद्ध, वो पुछण लग्या आपदे चेले नूं भी हुण तैनूं की दिस रिहा है? वो कहंदा जी मैनूं ते तीन लोक भाव खंड ब्रह्मंड सारा कुछ ही दिखाई दिंदा है। वो बड़ा हैरान होया, उन्हें कहा है मेरा चेला, उम्र इहदी इन्नी छोटी ते मेरे तो उत्तों दी हो गया। मन च ईरखा आ गई। उन्हें की कीता, पहला सच पुछदे ने उन्होंने भी तू दस फिर गुरु हरगोबिंद साहब जी तो इत्थे बैठे ने, भला कोई दूजा स्वरूप धारण करके भी कुछ कर रहे ने? तो वो जिहड़ा चेला सी ना छोटी उम्र वाला, वो कहन लग्या जी इत्थों बहुत दूर, जिवें सऊदी अरब वगैरह देश ने ना, मारू स्थल है जिथे, कहंदे मारू स्थल दे विच एक कोई भगती कर रहा तपस्वी बैठ के, फकीर है दरख्त दे थले, दरख्त दे थले बैठ के कर रहा, पर उन्होंने आ गई है धुप, तो चार सपेरे रेता तपिया होया, उन्होंने बड़ी गर्मी लग रही है। तो गुरु साहब जी उत्थे पहुँच के ना दरख्त की एक टहनी नूं हत्थ नाल खिच के उहदे उत्ते कीता होया है। भाव गुरु साहब जी उत्थे पहुँच के छां कर रहे ने। फिर उन्हें हाथ जोड़े भी गुरु साहब जी एडी समर्था दे मालक, साध संगत। अखीर उन्हें कहा भी मेरा चेला मेरे तो उत्तों दी थोड़ी होना चाहिए। उन्हें कालू नाथ ने उहदे सिर ते हत्थ रखिया, चेले दे हत्थ रख के तो उहदी ताकत सारी खिंच ली। तो श्री गुरु हरगोबिंद साहब सच्चे पातशाह जी ने उहदे सिर ते हत्थ रख दिता। गुरु साहब जी कहते ताकत तो साडी है, उहदे तो भी वापस ले ली। वो सिर ते हत्थ रखण दा भाव सी भी जे कली ताकत ही आ जाती, वो तो पहला भी ले बैठा सी। कली ताकत नाल ते मान ही आउणा सी ना, जिन्हें नाम ना जपिया होए ते उहनूं इस प्रकार की ताकत आ जाए, वो बंदा जर नहीं सकता। जिहड़ा नाम जपदा ना हौली हौली, उहदे ही हिरदे दे अंदर टिकदियां इहो जिहियां चीज़ां। ते छेवें पातशाह ने उहदे सिर ते हत्थ रखिया, भाव उहदा लोक परलोक सुखी कर दिता। गुरु साहब जी दे सिर ते, जिसके सिर ऊपर तू स्वामी सो दुख कैसा पावे। सो चतुर्दशा कीनों बल अपना सिर ऊपर कर धारे, जिहदे ऊपर हत्थ रख देवे चारे दिशावां विच उहदा बल, उहदी शक्ति हो जाती है। आओ जुड़िए समाप्ति वल। चारे कुंडा सुजियो सुमन में शब्द परवान, आवा गौण निवारियो कर नदर निशान। नदर करके सतगुरु जी आवा गौण भाव आउण जाण दा चक्कर मिटा रहे ने। अवतरिया अवतार लै सो पुरख सुजान। गुरु साहब जी ऐसे सुजान पुरख ने जिन्हां ने कलयुगी जीवां दे भले वास्ते अवतार धारण किया है। झखड़ वाओ ना डोलई पर्बत मेरान। गुरु साहब जी ऐसे सुमेर पर्बत ने कि जेड़े विकारां रूपी झखड़ हनेरी चलती है ना कलयुग दी, इहदे विच सुमेर पर्बत की तरह अडोल ने, डोलन वाले नहीं। जाना बिरथा जी की जानी हूँ जान। गुरु साहब जी अपने प्यार वाले सिखां दे अंदर दी बिरथा जानते ने, क्योंकि गुरु साहब जी जानी जान ने, अंतरजामी ने।
क्या सालाही सच्चे पातशाह जां तू सुगड़ सुजान। सच्चे पातशाह तैनू की सलाहिए, तू ते आप ही सुगड़ है, आप ही सुजान है। सुजान सियाणे नू कहंदे ने। दान जे सतगुर भाव सी सो सत्ते दान। दान जे सतगुर भाव सी, सतगुरु नू जेड़ा दान पाउंदा है वो है सच दा भाव, सच बोलण दा। परमेश्वर दे नाम दा दान वो सारियां नू बख्शिश कर रहे ने। नानक हंदा छतर सिर उमत हैरान। सारी संगत हैरान है कि एक सेवा करदा सी जेड़ा बजुर्ग गुरु अमरदास जी महाराज गागर ढोण दी सेवा करते सन, अज इन्हां दे सिर ते गुरु नानक दा छतर टिक गया। सो टिक्का सो बहना सोई दीवान। ओही तिलक, ओही उन्हां दा गुरगद्दी रूपी तख्त ते ओही दीवान अज भी सज रहा है। पिऊ दादे जे वेहा पोतरा परवान। गुरु अमरदास जी गुरु अमरदास जी महाराज अपने पिता गुरु अंगद देव जी, दादे गुरु नानक देव जी महाराज वर्गे पोतरे हन ते सारे संसार दे अंदर सारी सिख संगत ने उन्हां नूं प्रवान कर लिया होया है, क्योंकि परमेश्वर ने रब ने उन्हां नूं प्रवान किया है। तो साध संगत गुरु रहमत करे, कृपा करे। अज आपां 6 पौड़ियां दी विचार समाप्त हो चुकी है। गुरु साहब जी की कृपा का सदका 2 पौड़ियां जो कि गुरु रामदास जी महाराज की उस्तत विच ते गुरु अर्जन देव जी महाराज की उस्तत विच वो बाकी ने। आपां आउण वाले दिनां च गुरु कृपा का सदका विचार करन दी कोशिश करांगे। बहुत ही सत्कारयोग साडे गुरु के वजीर ग्रंथी साहबान भाई साहब भाई जसकीरत सिंह जी, उन्हां दा बहुत बहुत धन्नवाद है। प्रधान साहब आप सब सिख संगत दा जिन्हां ने बड़ी एकाग्रता नाल बैठ के सरवण किया। जे संगत एकाग्र हो के बैठे तो जिहड़ा सुणाउण वाला है ना, उन्होंने भी सुनाउण दा कुछ रस आउंदा है। सो गुरु ही कृपा करदा है, तां ही संगत विच ते तां ही सुनाउण वाले विच एकाग्रता बनदी है। क्योंकि आपां सारे इत्थे बैठे हैं, गुरु की हजूरी च बैठे हैं। सो सतगुरु रहमत रखण, भुल्लां चुक्कां दी खिमा कर देनी जी। बुलाओ फतेह। वाहिगुरू जी का खालसा, वाहिगुरू जी की फतेह। राम कली महला तीजा। आनंद इक्कू ओंकार सतगुर प्रसाद। आनंद भया मेरी माए सतगुरु मैं पाया। सतगुर तां पाया सहज सेती मन वजियां वाधाइयां। राग रतन परवार परियां शब्द गावन आईयां। शब्दों ता गावो हरि केरा मन जिनी वसाया। कह नानक आनंद हुआ सतगुरु मैं पाया। ए मन मेरे आ तू सदा रहो हर नाले। हर नाल रहो तू मन मेरे दुख सब विसारना। अंगीकार हो करे तेरा कारज सब सवारना। सबना गल्लां समरथ सुआमी सो क्यों मनो विसारे। कह नानक मन मेरे सदा रहो हर नाले। साचे साहिबा क्या नाही घर तेरा। घर तां तेरा सब किश है जिस देह सो पावे। सदा सिफत सलाह तेरी नाम मन वसावे। नाम जिनकै मन वसया वाजे शब्द कनेरे। कह नानक सच्चे साहिब क्या नाही घर तेरा। साचा नाम मेरा आधारो। साच नाम आधार मेरा। जिन भुखा सब गवाइयां। कर शांत सुख मन आए वसया। जिन इच्छा सब पुजाइयां। सदा कुर्बान किया गुरु विटों जिस दियां यह वडियाइयां। कह नानक सुनो संतो शब्द धरो प्यारो। साचा नाम मेरा आधारो। वाजे पंच शब्द तित घर सुभागै। घर सुभागै शब्द वाजे कला जित घर धारिया। पंचदूत तुद वस कीते काल कंटक मारिया। तुर करम पाया तुद जिन को से नाम हर कै लागे। कह नानक तह सुख हुआ तित घर अनहद वाजे। आनंद सुनो हो वड भागी हो सगल मनोरथ पूरे। पार ब्रह्म प्रभ पाया उतरे सगल बेसूरे। दुख रोग संतापे उतरे सुनी सच्ची बाणी।
संत साजन भये सरसे पूरे गुर ते जानी। सुनते पुनीत कहते पवित सतगुर रहया भरपूरे। बिनवंत नानक गुर चरण लागे वाजे अनहद तूरे। सुनते पुनीत कहते पवित सतगुर रहया भरपूरे। बिनवंत नानक गुर चरण लागे वाजे अनहद तूरे। सलोक पवन गुरु पाणी पिता माता धरत महत। दिवस रात दोए दाई दाया खेलै सगल जगत। चंगियाइयां बुरियाइयां वाचै धर्म हदूर। करमी आपो अपनी के नेड़ै के दूर। जिन्नी नाम ध्याया गए मसक्कत काल। नानक ते मुख उजले केती छुट्टी नाल। जिन्नी नाम ध्याया गए मसक्कत काल। नानक ते मुख उजले केती छुट्टी नाल। वाहिगुरू जी का खालसा वाहिगुरू जी की फतेह।